ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਇਸ ਟਾਈਮ ਖੜੇ ਹਾਂ ਟਿੱਬਾ ਰੋਡ ਤੇ, ਜਿੱਥੇ ਦਲਜੀਤ ਸਿੰਘ ਗਰੇਵਾਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਜੋ ਕਿ ਟਿੱਬਾ ਰੋਡ ਦੇ ਫਲਾਈਓਵਰ ਦੇ ਉੱਤੇ ਹੈ। ਆਓ ਗੱਲ ਕਰਦੇ ਹਾਂ ਇਹਨਾਂ ਨਾਲ ਤੇ ਜਾਣਦੇ ਹਾਂ ਕਿ ਕੀ ਖਾਸ ਬਾਤ ਹੈ। ਇਸ ਵਾਸਤੇ ਇਸ ਇਲਾਕੇ ਦੇ ਲੋਕਾਂ ਦੀ ਮੰਗ ਸੀਗੀ ਵੀ ਇਹ ਰਸਤਾ ਨਹੀਂ ਖੁੱਲੂਗਾ ਤਾਂ ਬਹੁਤ ਵੱਡੀ ਸਮੱਸਿਆ, ਕਿਉਂਕਿ ਬਹੁਤ ਦੂਰੋਂ ਘੁੰਮ ਕੇ ਆਉਣਾ ਪੈਣਾ ਔਰ ਦੂਰੋਂ ਘੁੰਮ ਕੇ ਆਉਣਾ ਪੈਣਾ ਤੇ ਨਾਲ ਕਿੰਨੇ ਪੈਟਰੋਲ ਦੀ ਡੀਜ਼ਲ ਦੀ ਖਰਾਬ ਹੋਣੀ ਆ, ਨੁਕਸਾਨ ਹੋਣਾ ਵਾ, ਨਾਲ ਕਿੰਨਾ ਪੋਲੂਸ਼ਨ ਫੈਲਣਾ ਵਾ ਤੇ ਕਿੰਨਾ ਟਾਈਮ ਵੇਸਟ ਹੋਣਾ ਵਾ। ਤੇ ਉਹਦੇ ਵਾਸਤੇ ਸਾਰੇ ਹੀ ਸਤਿਕਾਰਯੋਗ ਮੇਰੇ ਨਾਲ ਬੈਠੇ ਨੇ ਸਾਹਿਬ ਮੈਨੇਜਰ ਸਾਹਿਬ ਸੀਐਲ ਵੱਲੋਂ ਇੱਕ ਨੈਸ਼ਨਲ ਹਾਈਵੇ ਨੂੰ ਲੈਟਰ ਭੇਜੀ ਗਈ, ਸਿਫਾਰਿਸ਼ ਕੀਤੀ ਗਈ ਤੇ ਉਸ ਤੋਂ ਬਾਅਦ 27/9/2014 ਨੂੰ ਪੀਐਮ ਮੋਦੀ ਸਾਹਿਬ ਨੂੰ ਮੈਂ ਲੈਟਰ ਭੇਜੀ ਤੇ ਉਸ ਤੋਂ ਬਾਅਦ 10/4/15 ਨੂੰ ਫਿਰ ਐਮਪੀ ਸਾਹਿਬ ਬਿੱਟੂ ਸਾਹਿਬ ਤੋਂ ਗਡਕਰੀ ਜੀ ਨੂੰ ਲੈਟਰ ਲਿਖਾਈ, ਕੇਂਦਰੀ ਮੰਤਰੀ ਗਡਕਰੀ ਜੀ ਤੇ ਨੈਸ਼ਨਲ ਹਾਈਵੇ ਦੇ ਚੇਅਰਮੈਨ ਨੂੰ ਲੈਟਰ ਲਿਖੀ ਗਈ ਤੇ ਮੈਂ ਵੱਡੀ ਬਕੇ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵਿੱਚ ਮੰਗ ਉਠਾਈ ਵੀ ਇਹ ਤਾਜਪੁਰ ਰੋਡ ਤੇ ਟਿੱਬਾ ਰੋਡ ਦੀ ਜਿਹੜੀ ਕ੍ਰਾਸਿੰਗ ਆ ਇੱਥੇ ਫਲਾਈਓਵਰ ਬਣਨਾ ਚਾਹੀਦਾ ਤੇ ਬਣ ਕੇ ਤਾਂ ਹੀ ਇਹਦੀ ਸਮੱਸਿਆ ਦਾ ਹੱਲ ਹੋ ਸਕਦਾ। ਮੈਂ ਪਹਿਲਾਂ ਤਾਂ ਸਾਰੇ ਹੀ ਜਿਹੜੇ ਵੀ ਸੁਣਨ ਵਾਲੇ ਵੀਰ ਨੇ ਸਾਰਿਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਹਲਕਾ ਪੂਰਬੀ ਦੇ ਨੂੰ ਵਧਾਈ ਵੀ ਦੇਣਾ, ਧੰਨਵਾਦ ਵੀ ਕਰਦਾ ਔਰ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਜੋ ਕਿ ਤੁਸੀਂ ਅੱਜ ਇੱਥੇ ਆਏ ਹੋ। ਔਰ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਤਾਜਪੁਰ ਰੋਡ ਤੇ ਟਿੱਬਾ ਰੋਡ ਤੇ ਫਲਾਈਓਵਰ ਬਣ ਜਾ ਰਿਹਾ ਵਾ ਔਰ ਇਹਦੇ ਵਾਸਤੇ ਇਲਾਕਾ ਨਿਵਾਸੀਆਂ ਦਾ ਆਸ਼ੀਰਵਾਦ ਨਾਲ 2011 ਤੋਂ ਮੈਂ ਇਹ ਲੱਗਿਆ ਸੀਗਾ। ਮੇਰੇ ਕੋਲ ਰਿਕਾਰਡ ਮੌਜੂਦ ਆ ਸਾਰੀਆਂ ਜੋ ਤੁਹਾਡੇ ਅਖਬਾਰਾਂ ਵਾਲੇ ਨੇ, ਮੀਡੀਆ ਨੇ ਮਿਲ ਕੇ ਸਾਰੇ ਖਬਰਾਂ ਲਾਈਆਂ ਜਾਂ ਮਿਲ ਕੇ ਲੈਟਰਾਂ ਭੇਜੀਆਂ, ਉਹ ਸਾਰੀਆਂ ਮੌਜੂਦ ਨੇ ਤੇ ਉਹਦੇ ਵਾਸਤੇ ਅੱਜ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣ ਵਾਸਤੇ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਨ ਵਾਸਤੇ, ਇਲਾਕਾ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕਰਨ ਵਾਸਤੇ ਇਹ ਪ੍ਰੈਸ ਕਾਨਫਰੰਸ ਬੁਲਾਈ ਆ ਤੇ ਤਾਂ ਕਿ ਤੁਸੀਂ ਵੀ ਲੋਕਾਂ ਨੂੰ ਮਿਲ ਕੇ ਵਧਾਈ ਦੇ ਸਕੋ, ਤਾਂ ਕਿ ਸਾਡੇ ਲੁਧਿਆਣੇ ਦੀ ਜਿਹੜੀ ਨੁਹਾਰ ਬਦਲਣ ਜਾ ਰਹੀ ਆ, ਸਾਡੇ ਇਲਾਕੇ ਦਾ ਜਿਹੜਾ ਹੱਲ ਹੋਣ ਜਾ ਰਿਹਾ ਤੇ ਉਹਦੇ ਵਾਸਤੇ ਬੁਲਾਇਆ। ਸਰ, ਇਸ ਪ੍ਰੋਜੈਕਟ ਨੂੰ ਪੂਰੇ ਹੋਣ ਨੂੰ ਲਗਭਗ 10 ਸਾਲ ਲੱਗ ਗਏ, ਇਸ ਦੀ ਮਨਜ਼ੂਰੀ ਲੈਣ ਨੂੰ ਇੰਨਾ ਸਮਾਂ ਕਿਉਂ ਲੱਗਿਆ? ਇਹ ਕੇਂਦਰੀ ਮਿਲ ਕੇ ਕੇਂਦਰ ਦਾ ਪ੍ਰੋਜੈਕਟ ਸੀਗਾ। ਕੇਂਦਰ ਦੇ ਪ੍ਰੋਜੈਕਟ ਜੋ ਇੱਕ ਵਾਰੀ ਪ੍ਰੋਜੈਕਟ ਬਣ ਜਾਂਦਾ, ਜਿਹੜਾ ਤੁਸੀਂ ਦੇਖਿਆ ਹੋਣਾ ਵੀ 2011 ਦੇ ਵਿੱਚ ਇੱਕ ਪ੍ਰੋਜੈਕਟ ਪੂਰਾ ਹੋਣਾ ਸੀਗਾ, ਜਿਹੜਾ ਨੈਸ਼ਨਲ ਹਾਈਵੇ ਦਾ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ, ਪਠਾਨਕੋਟ ਤੱਕ, ਤੇ ਉਹ ਅੱਜ ਤਾਂ ਡਿਲੇ ਹੁੰਦਾ ਰਿਹਾ ਤੇ ਜਿਹੜਾ ਇਹ ਸੀਗਾ ਇਹ ਬਹੁਤ ਵੱਡੀ ਮਿਲ ਕੇ ਸਮੱਸਿਆ ਸੀ ਸਾਡੇ ਇਲਾਕੇ ਦੀ। ਔਰ ਤਕਰੀਬਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਸਾਰਾ ਰਿਕਾਰਡ ਮੌਜੂਦ ਆ ਤੇ 10 ਸਾਲ ਲੱਗੇ ਔਰ ਮਤਲਬ ਕਿ ਮੇਰਾ ਖਿਆਲ ਵੀ 10 ਵਾਰੀ ਘੱਟੋ ਘੱਟ ਮੈਂ ਦਿੱਲੀ ਇਸ ਵਾਸਤੇ ਸਪੈਸ਼ਲ ਗਿਆ। 2011 ਦੇ ਵਿੱਚ 12/1/2011 ਨੂੰ ਮੈਂ ਸੁਖਬੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਸੀ, ਉਹਨਾਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦੀ ਟੀਮ ਆਈ, ਸਾਡੇ ਕਮਿਸ਼ਨਰ ਸਾਹਿਬ ਸੀਗੇ ਸਿਨਹਾ ਸਾਹਿਬ ਔਰ ਬਹੁਤ ਹੀ ਵਧੀਆ ਇਮਾਨਦਾਰ ਬੰਦੇ ਸੀ ਜਿਹੜੇ, ਉਹਨਾਂ ਨੇ ਮਿਲ ਕੇ ਇਸ ਨੂੰ ਬਹੁਤ ਸੰਜੀਦਾ ਤਰੀਕੇ ਨਾਲ ਲਿਆ ਤੇ ਮੇਅਰ ਸਾਹਿਬ ਹਾਕਮ ਸਿੰਘ ਗਿਆਸਪੁਰਾ ਸੀ, ਉਹਨਾਂ ਨੇ ਮਿਲ ਕੇ ਮੀਟਿੰਗ ਕਰਕੇ ਉਹਨਾਂ ਨੇ ਦੱਸਿਆ ਤੇ ਬਾਕੀ ਇਹ ਮੰਨਿਆ ਵੀ ਹਾਂ ਇਹਦੀ ਪ੍ਰੋਬਲਮ ਹੈਗੀ ਆ ਤੇ ਨੈਸ਼ਨਲ ਹਾਈਵੇ ਦੀ ਨੈਸ਼ਨਲ ਹਾਈਵੇ ਦੀ ਟੀਮ ਨਾਲ ਮੀਟਿੰਗ ਹੋਈ ਤੇ ਉਹਦਾ ਮਿਲ ਕੇ ਸਮੱਸਿਆ ਦਾ ਹੱਲ ਕਰਾਉਣ ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ 9/2011 ਨੂੰ ਫਿਰ ਮੈਂ ਡਿਪਟੀ ਸੀਐਮ ਸਾਹਿਬ ਨੂੰ ਮਿਲਿਆ, ਮੈਂ ਕਿਹਾ ਵੀ ਇਹ ਅੱਗੇ ਡਿਲੇ ਹੋ ਰਿਹਾ ਤਾਂ ਹਜੇ ਤੱਕ ਕੁਝ ਨਹੀਂ ਹੋਇਆ ਤੇ ਇਹਦਾ ਹੱਲ ਕਰਾਇਆ ਜਾਵੇ। 7/8/2012 ਨੂੰ ਨੈਸ਼ਨਲ ਹਾਈਵੇ ਦੇ ਜਿਹੜੇ ਕੇਂਦਰੀ ਮੰਤਰੀ ਸੀ ਜੋਸ਼ੀ ਜੀ, ਉਹਨਾਂ ਨੂੰ ਲੈਟਰ ਭੇਜੀ ਤੇ ਨਾਲ ਪੀਡੀ ਅੰਬਾਲਾ ਜਿਹੜੇ ਪ੍ਰੋਜੈਕਟ ਡਾਇਰੈਕਟਰ ਅੰਬਾਲਾ ਬੈਠਦੇ ਨੇ ਦਫ਼ਤਰ ਦੇ ਵਿੱਚ, ਉਹਨਾਂ ਨੂੰ ਲੈਟਰ ਭੇਜੀ ਗਈ। ਉਸ ਤੋਂ ਬਾਅਦ ਐਮਪੀ ਸਾਹਿਬ ਸੀ ਸਾਡੇ ਤਵਾੜੀ ਸਾਹਿਬ ਇੱਥੇ ਲੁਧਿਆਣੇ ਦੇ, ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਇਸ ਸਮੱਸਿਆ ਦਾ ਹੱਲ ਵਾਸਤੇ ਤੁਸੀਂ ਸਿਫਾਰਿਸ਼ ਕਰੋ। ਉਹਨਾਂ ਦੇ ਮਿਲ ਕੇ ਲੈਟਰ ਪੈਡ ਤੇ ਸਿਫਾਰਿਸ਼ ਕਰਾਈ। ਤਕਰੀਬਨ ਇਹ 7/8/2012 ਨੂੰ 21/8/2012 ਨੂੰ ਕਮਿਸ਼ਨਰ ਸਾਹਿਬ ਜਿਹੜੇ ਸਾਡੇ ਲੁਧਿਆਣੇ ਦੇ ਸੀ, ਉਹਨਾਂ ਨੇ ਨੈਸ਼ਨਲ ਹਾਈਵੇ ਨੂੰ ਆਪਣੇ ਮਤਲਬ ਕਿ ਕਾਰਪੋਰੇਸ਼ਨ ਵੱਲੋਂ ਮਤਲਬ ਕਿ ਇੱਕ ਸਿਫਾਰਿਸ਼ ਕੀਤੀ ਗਈ, ਉਹ ਵੀ ਮੇਰੇ ਕੋਲ ਰਿਕਾਰਡ ਮੌਜੂਦ ਹੈ। ਤੇ 27/9/2014 ਨੂੰ ਮੋਦੀ ਸਾਹਿਬ ਨੂੰ ਇੱਕ ਮੈਂ ਲੈਟਰ ਭੇਜੀ। 10/4/15 ਨੂੰ ਐਮਪੀ ਸਾਹਿਬ ਜਿਹੜੇ ਬਿੱਟੂ ਸਾਹਿਬ ਸੀ, ਉਹਨਾਂ ਤੋਂ ਇੱਕ ਲੈਟਰ ਭਜਵਾ ਕੇ ਮਤਲਬ ਕਿ ਸਿਫਾਰਿਸ਼ ਕਰਵਾਈ ਗਈ, ਉਹ ਕਿਉਂਕਿ 14 ਦੇ ਵਿੱਚ ਐਮਪੀ ਸਾਹਿਬ ਬਣ ਗਏ, ਬਿੱਟੂ ਜੀ ਬਣ ਗਏ ਸੀਗੇ, ਉਹਨਾਂ ਤੋਂ ਫਿਰ ਸਿਫਾਰਿਸ਼ ਕਰਵਾਈ। 30/5/15 ਨੂੰ ਕੇਂਦਰੀ ਮੰਤਰੀ ਗਡਕਰੀ ਜੀ ਤੇ ਅਤੇ ਚੇਅਰਮੈਨ ਜਿਹੜੇ ਸੀਗੇ ਨੈਸ਼ਨਲ ਹਾਈਵੇ ਦੇ, ਉਹਨਾਂ ਨੂੰ ਮੈਂ ਲੈਟਰ ਲਿਖ ਕੇ ਮਿਲ ਕੇ, ਕਿਉਂਕਿ ਮੇਰੇ ਨਾਲ ਮੌਜੂਦ ਨੇ ਸਾਡੇ ਮੈਨੇਜਰ ਸਾਹਿਬ ਦਲਵਿੰਦਰ ਸਿੰਘ ਜੀ ਜਿਹੜੇ ਬੈਂਕ ਤੋਂ ਰਿਟਾਇਰ ਨੇ ਤੇ ਉਹਨਾਂ ਨੇ ਹਮੇਸ਼ਾ, ਕਿਉਂਕਿ ਉਹਨਾਂ ਦਾ ਵੱਡਾ ਤਜਰਬਾ ਤੇ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਔਰ ਲੱਗੇ ਰਹੇ। ਉਸ ਤੋਂ ਬਾਅਦ ਮੈਂ ਨੈਸ਼ਨਲ ਹਾਈਵੇ ਦੇ ਜਿਹੜੇ ਚੀਫ ਮੈਨੇਜਰ ਸੀ ਸਾਡੇ ਪੰਚਕੂਲਾ ਦਫ਼ਤਰ ਬੈਠਦੇ ਸੀ, ਉਹਨਾਂ ਨੂੰ ਜਾ ਕੇ ਸਾਡੇ ਰਾਧਾ ਸਵਾਮੀ ਸਤਸੰਗ ਦੀ ਟੀਮ ਨਾਲ ਮੇਰੇ ਗਈ, ਘੱਟੋ ਘੱਟ 10 ਜਣੇ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਆਹ ਸਮੱਸਿਆ ਤੇ ਰਾਧਾ ਸਵਾਮੀ ਸਤਸੰਗ ਘਰ ਵੀ ਆ ਤੇ ਹੋਰ ਵੀ ਬਹੁਤ ਵੱਡੀ ਸਮੱਸਿਆ ਵਾ ਤੇ ਇਹਦਾ ਹੱਲ ਕਰਾਓ। ਤੇ ਉਹ ਬਹੁਤ ਹੀ ਵਧੀਆ ਇਮਾਨਦਾਰ ਬੰਦੇ, ਉਹਨਾਂ ਨੇ ਉਸ ਟਾਈਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਉੱਥੋਂ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਪੰਚਕੂਲਾ ਮਿਲੇ 5/5/19 ਨੂੰ। ਮੈਂ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਦੋਂ ਇੱਥੇ ਘੱਟੋ ਘੱਟ 4 ਤੋਂ 5 ਹਜ਼ਾਰ ਦੀ ਗੈਦਰਿੰਗ ਸੀਗੀ। ਜਦੋਂ ਮੈਂ ਇੱਥੇ ਐਮਪੀ ਇਲੈਕਸ਼ਨ ਦੇ ਵਿੱਚ ਰੈਲੀ ਕਰਾਈ ਤੇ ਉਸ ਦੇ ਵਿੱਚ ਆਹ ਮੌਜੂਦ ਹੈ, ਮੌਕੇ ਦੇ ਵਿੱਚ ਮੇਰੇ ਪੇਜ ਦੇ ਉੱਤੇ ਲਾਈਵ ਆ ਇਹ। ਮੈਂ ਉਸ ਟਾਈਮ ਮੰਗ ਕੀਤੀ ਵੀ ਇਹ ਸਾਡੀ ਮਗੇ ਸਮੱਸਿਆ ਦਾ ਹੱਲ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਇਸ ਜਿਹੜਾ ਤਾਜਪੁਰ ਤੇ ਟਿੱਬਾ ਰੋਡ ਦੀ ਸਮੱਸਿਆ ਦਾ ਜਿਹੜਾ ਫਲਾਈਓਵਰ ਹੈ ਬਣਾਇਆ ਜਾਵੇ, ਇਹਦੇ ਸਮੱਸਿਆ ਦਾ ਹੱਲ ਹੋ ਸਕੇ। ਉਸ ਤੋਂ ਬਾਅਦ 25/11/19 ਨੂੰ ਇਲਾਕੇ ਦੇ ਲੋਕ ਮੇਰੇ ਨਾਲ ਗਏ, ਆਹ ਮਿਲ ਕੇ ਤੁਹਾਡੇ ਅਖਬਾਰਾਂ ਵਾਲੇ, ਤੁਹਾਡੇ ਮੀਡੀਆ ਨੇ ਖਬਰਾਂ ਵੀ ਲਾਈਆਂ ਤੇ ਇਲਾਕੇ ਦੇ ਸੈਂਕੜੇ ਲੋਕ ਜਾ ਕੇ ਅਸੀਂ ਡੀ ਸਾਹਿਬ ਕੋਲ ਧਰਨਾ ਵੀ ਲਾਇਆ ਤੇ ਜਾ ਕੇ ਮੰਗ ਕੀਤੀ ਇਹਦੀ। ਆ ਤੁਹਾਡੇ
ਅਖਬਾਰਾਂ ਵਾਲੇ ਨੇ ਖਬਰਾਂ ਲਾਈਆਂ ਹੋਈਆਂ ਨੇ। ਇਸ ਵਾਸਤੇ ਸ਼ੁਰੂਆਤ ਹੋਈ। ਉੱਥੇ ਡੀ ਸਾਹਿਬ ਨੇ ਪੂਰਜ਼ੋਰ ਮੰਗ ਕੀਤੀ ਨੈਸ਼ਨਲ ਹਾਈਵੇ ਨੂੰ ਵੀ ਇਹ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕਰਾਇਆ ਜਾਵੇ। ਉਸ ਤੋਂ ਬਾਅਦ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦੇ ਮੈਂ ਕਿ ਉਹ ਗਵਾਹ ਬੈਠੇ ਨੇ, ਉਹਨੂੰ ਪੁੱਛ ਸਕਦੇ ਉਹਨਾਂ ਨੂੰ ਜਾ ਕੇ। ਔਰ ਜਦੋਂ ਵੀ ਮੇਰੀ ਫੋਨ ਤੇ ਗੱਲ ਹੁੰਦੀ ਸੀ ਜਾਂ ਮੈਂ ਉਹਨਾਂ ਨੂੰ ਮਿਲਦਾ ਸੀਗਾ, ਇੱਕੋ ਹੀ ਮੇਰੀ ਮੰਗ ਹੁੰਦੀ ਸੀ ਵੀ ਜਿਹੜਾ ਤਾਜਪੁਰ ਤੇ ਟਿੱਬਰ ਰੋਡ ਦਾ ਜਿਹੜਾ ਸਾਡਾ ਫਲਾਈਓਵਰ ਆ ਤੇ ਉਹਦਾ ਹੱਲ ਕਰਾ ਕੇ ਦਿਓ। ਕਿਉਂਕਿ ਉੱਥੇ ਜਿਹੜੇ ਨੈਸ਼ਨਲ ਹਾਈਵੇ ਦੇ ਚੇਅਰਮੈਨ ਨੇ ਆਪਣੇ ਐਸ ਸੰਧੂ, ਪਹਿਲਾਂ ਕਮਿਸ਼ਨਰ ਰਹਿ ਚੁੱਕੇ ਨੇ ਲੁਧਿਆਣਾ ਕਾਰਪੋਰੇਸ਼ਨ ਦੇ, ਤੇ ਉਹ ਆਸ਼ੂ ਜੀ ਨਾਲ ਬਹੁਤ ਮਿਲ ਕੇ ਵਧੀਆ ਉਹਨਾਂ ਦਾ ਪ੍ਰੇਮ ਸੀਗਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੂੰ ਮਿਲ ਕੇ ਵੀ, ਕਿਉਂਕਿ ਅੱਜ ਆਪਾਂ ਨੂੰ ਮੌਕਾ ਵਾ, ਕਿਉਂਕਿ ਲੰਬਾ ਜਿਹੜਾ ਲਟਕਦਾ ਆ ਰਿਹਾ ਤੇ ਇਹਨੂੰ ਅੱਗੇ ਤੋਰਿਆ ਜਾਵੇ। ਤੇ ਆਪਣੇ ਆਸ਼ੂ ਜੀ ਨੇ ਮੰਤਰੀ ਸਾਹਿਬ ਨੇ ਤੇ ਮੇਅਰ ਸਾਹਿਬ ਨੇ ਜਾ ਕੇ, ਮੈਂ ਉਸ ਟਾਈਮ ਜਾ ਨਹੀਂ ਸਕਿਆ ਕਿਉਂਕਿ ਮੈਂ ਆਪਣੇ ਘਰੇਲੂ ਕੰਮ 'ਚ ਬਿਜੀ ਸੀਗਾ, ਉਹਨਾਂ ਨੇ ਜਾ ਕੇ ਉਹਨਾਂ ਨਾਲ ਮੀਟਿੰਗ ਕੀਤੀ। ਤੇ ਉਸ ਤੋਂ ਬਾਅਦ 5/3/2020 ਨੂੰ ਇਹਦੇ ਵਿੱਚ ਟੀਮ ਆਈ ਨੈਸ਼ਨਲ ਹਾਈਵੇ ਦੀ, ਤੁਸੀਂ ਦੇਖ ਸਕਦੇ ਹੋ। ਨੈਸ਼ਨਲ ਹਾਈਵੇ ਦੀ ਟੀਮ ਆਈ ਤੇ ਉਹਨਾਂ ਨੇ ਸਰਵੇ ਕੀਤਾ ਤੇ ਸਰਵੇ ਕਰਕੇ ਇਹਦੇ ਵਿੱਚ ਮੈਂ ਉਸ ਟਾਈਮ ਮੌਜੂਦ ਸੀ, ਨਾਲ ਮੇਰੀ ਫੋਟੋ ਨਾਲ ਹੈ। ਤੇ ਉਹਨਾਂ ਨੇ ਇਹ ਪ੍ਰੋਜੈਕਟ ਅੱਗੇ ਮਿਲ ਕੇ ਹੋਰ ਅੱਗੇ ਇਹਨੂੰ ਤੇਜ਼ੀ ਲਿਆਂਦੀ। ਤੇ ਅੱਜ ਮੈਂ ਧੰਨਵਾਦ ਕਰਦਾ ਵਾਂ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਦਾ ਸਪੈਸ਼ਲ ਤੌਰ ਤੇ, ਔਰ ਜਿਨ੍ਹਾਂ ਨੇ ਇਹ ਸਮੱਸਿਆ ਲਟਕੀ ਹੋਈ ਸੀ, ਰੁਕੀ ਹੋਈ ਸੀਗੀ, ਉਹ ਅੱਗੇ ਤੋਰ ਕੇ ਇਹਦਾ ਹੱਲ ਕਰਾਇਆ। ਤੇ ਵਧਾਈ ਦੇਣਾ ਇਸ ਇਲਾਕਾ ਨਿਵਾਸੀਆਂ ਨੂੰ, ਖਾਸ ਕਰਕੇ ਵਿਧਾਨ ਸਭਾ ਹਲਕਾ ਪੂਰਬੀ ਦੇ ਇਲਾਕਾ ਨਿਵਾਸੀਆਂ ਨੂੰ, ਤਾਜਪੁਰ ਰੋਡ ਤੇ ਟਿੱਬਾ ਰੋਡ ਦੇ ਇਲਾਕਾ ਨਿਵਾਸੀਆਂ ਨੂੰ, ਕਿਉਂਕਿ ਜੇ ਇਹ ਮਤਲਬ ਕਿ ਹੱਲ ਨਾ ਹੁੰਦਾ ਤੇ ਇਹਦੇ ਵਾਸਤੇ ਸਾਨੂੰ ਬਹੁਤ ਵੱਡਾ ਮਤਲਬ ਕਿ ਸਮੱਸਿਆ ਆਉਣੀ ਸੀ। ਇੱਕ ਤਾਂ ਪੈਟਰੋਲ ਡੀਜ਼ਲ ਦੀ ਮਤਲਬ ਕਿ ਬਹੁਤ ਨੁਕਸਾਨ ਹੋਣਾ ਸੀਗਾ, ਖਰਚਾ ਹੋਣਾ ਸੀ, ਤੇ ਦੂਜਾ ਪੋਲੂਸ਼ਨ ਬਹੁਤ ਹੋਣਾ ਸੀਗਾ, ਟਾਈਮ ਦੀ ਵੇਸਟਿੰਗ ਬਹੁਤ ਹੋਣੀ ਸੀਗੀ। ਉਹ ਅੱਜ ਸਾਡੀ ਟਾਈਮ ਦੀ ਮਤਲਬ ਕਿ ਜਦੋਂ 1.5 ਸਾਲ 'ਚ ਇਹ ਪ੍ਰੋਜੈਕਟ ਬਣ ਕੇ ਤਿਆਰ ਹੋ ਜਾਊਗਾ ਤੇ ਇਹ ਸਾਰੀ ਸਮੱਸਿਆ ਦਾ ਹੱਲ ਹੋ ਜਾਊਗਾ। ਅੱਜ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਵੀ ਦੇਣਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਸਰ, ਕਿਤੇ ਨਾ ਕਿਤੇ ਤੁਸੀਂ ਪ੍ਰਸ਼ਾਸਨ ਦੀ ਨਾਕਾਮੀ ਮੰਨਦੇ ਹੋ, ਕਿਉਂਕਿ ਇੱਕ ਪ੍ਰੋਜੈਕਟ ਨੂੰ ਅਗਰ 10 ਸਾਲ ਲੱਗ ਸਕਦੇ ਨੇ ਤਾਂ ਐਵੇਂ ਦੇ ਕਿੰਨੇ ਪ੍ਰੋਜੈਕਟ ਪੈਂਡਿੰਗ ਹੋਣਗੇ, ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਹੋਈ ਨਾਕਾਮੀ ਹੋਈ। ਬਿਲਕੁਲ ਮੈਂ ਬਿਲਕੁਲ ਇਹ ਕਹਿ ਸਕਦੇ ਹਾਂ। ਤੁਸੀਂ ਸਾਰੇ ਮਿਲ ਕੇ ਅੱਜ ਮੀਡੀਆ ਸਾਰਾ ਖੜੇ ਆ, ਲੋਕਤੰਤਰ ਦਾ ਚੌਥਾ ਥੰਮ ਹੈ। ਲੋਕਤੰਤਰ ਦੇ ਵਾਸਤੇ ਜੇ ਤੁਸੀਂ ਮੀਡੀਆ ਵਧੀਆ ਕੰਮ ਕਰੋਗੇ ਤੇ ਵਾਕਈ ਹੀ ਲੋਕਤੰਤਰ ਕਾਇਮ ਰਹੂਗਾ। ਅੱਜ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਸੀਗਾ, ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪਠਾਨਕੋਟ ਤੱਕ ਬਣਨਾ ਸੀਗਾ, ਉਹ 2011 ਦੇ ਵਿੱਚ ਕੰਪਲੀਟ ਹੋਣਾ ਸੀਗਾ, ਤੁਸੀਂ ਜਾਣਦੇ ਹੋ ਇਹਦੇ ਬਾਰੇ। ਤੇ ਅੱਜ 2021 ਆ ਗਏ ਤੇ ਅੱਜ ਤੱਕ ਕੰਪਲੀਟ ਨਹੀਂ ਹੋਇਆ, ਹਜੇ ਵੀ ਅਨਕੰਪਲੀਟ ਹੈ। ਤੇ ਇਸ ਕਰਕੇ ਬਹੁਤ ਵੱਡੀ ਸਮੱਸਿਆ ਸਾਡੇ ਭਾਰਤ ਦੇ ਵਿੱਚ। ਔਰ ਲੋੜ ਅੱਜ ਮੈਂ ਅਸੀਂ ਬੇਨਤੀ ਕਰਦਾ ਪ੍ਰਸ਼ਾਸਨ ਵਾਲਿਆਂ ਨੂੰ ਵੀ, ਅੱਜ ਦੇ ਇਸ ਲੀਡਰਾਂ ਨੂੰ ਵੀ ਬੇਨਤੀ ਕਰਦਾ ਵੀ ਇਹਦੇ ਵਾਸਤੇ ਵੱਧ ਤੋਂ ਵੱਧ ਧਿਆਨ ਦਿਓ। ਜੇ ਆਪਾਂ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ, ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਨੇ, ਤੇ ਆਪਾਂ ਇਹ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਾਈਏ, ਹੱਲ ਕਰਾ ਕੇ ਦੇਈਏ ਲੋਕਾਂ ਨੂੰ। ਸਰ, ਇੱਕ ਆਖਰੀ ਸਵਾਲ, ਫਲਾਈਓਵਰ ਬਣ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਦੀ ਨਾ ਤਾਂ ਮੇਨਟੇਨੈਂਸ ਤੇ ਧਿਆਨ ਦਿੱਤਾ ਜਾਂਦਾ, ਨਾ ਉੱਥੇ ਦੀ ਸਾਫ਼ ਸਫਾਈ ਕੀਤੀ ਜਾਂਦੀ ਹੈ। ਲੁਧਿਆਣੇ ਵਿੱਚ ਕਿੰਨੇ ਹੀ ਫਲਾਈਓਵਰ ਨੇ ਜਿਨ੍ਹਾਂ ਦਾ ਬੁਰਾ ਹਾਲ ਹੈ, ਡਿਵਾਈਡਰ ਤੋੜ ਦਿੱਤੇ ਜਾਂਦੇ ਨੇ, ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਸ ਵਾਸਤੇ ਸਾਰਿਆਂ ਨੂੰ ਹੀ ਕਸੂਰਵਾਰ ਮੰਨਦਾ, ਆਪਣੇ ਆਪ ਨੂੰ ਵੀ ਕਸੂਰਵਾਰ ਮੰਨਦਾ ਵਾਂ, ਕਿਉਂਕਿ ਸਾਡੇ ਭਾਰਤ ਦੇਸ਼ ਵਿੱਚ ਜੇ ਆਪਾਂ ਗੱਲਾਂ ਕਰਦੇ ਹਾਂ ਅੱਜ ਬਾਹਰਲੇ ਦੇਸ਼ਾਂ ਦੀਆਂ, ਕੈਨੇਡਾ ਅਮਰੀਕਾ ਦੀਆਂ ਗੱਲਾਂ ਕਰਦੇ ਹਾਂ ਵੀ ਕੈਨੇਡਾ ਦੇ ਵਿੱਚ ਆਹ ਮਿਲ ਕੇ ਹੋ ਗਿਆ, ਕੈਨੇਡਾ 'ਚ ਆਹ ਬਣ ਗਿਆ, ਅਮਰੀਕਾ 'ਚ ਆਹ ਬਣ ਗਿਆ, ਤੇ ਅੱਜ ਗੱਲਾਂ ਉਹਨਾਂ ਦੀਆਂ ਕਰਦੇ ਆਪਾਂ ਉਹਨਾਂ ਦੀ ਰੀਸ ਨਹੀਂ ਕਰਦੇ। ਪਰ ਉਹਦੇ ਵਿੱਚ ਕਸੂਰਵਾਰ ਆਪਾਂ ਸਾਰੇ ਹੀ ਹਾਂ। ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਆਪਣੀ ਆਪਣੀ ਡਿਊਟੀ, ਜਿੱਥੇ ਵੀ ਡਿਊਟੀ ਲੱਗੀ ਆ, ਉਹ ਆਪਣੇ ਤਨਦੇਹੀ ਨਾਲ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਆ, ਤਾਂ ਹੀ ਇਹ ਮਸਲੇ ਦਾ ਹੱਲ ਹੋ ਸਕਦਾ। ਸਰ, ਕਿਉਂ ਇਸ ਮਸਲੇ ਨੂੰ ਹੱਲ ਹੋਣ ਨੂੰ ਪੂਰੇ 10 ਸਾਲ ਲੱਗ ਗਏ? ਦੇਖੋ ਜੀ, ਇਹ ਸੈਂਟਰ ਦਾ ਪ੍ਰੋਜੈਕਟ ਸੀ ਔਰ ਭੋਲਾ ਜੀ ਦਾ ਜਿੰਨਾ ਕੱਦ ਸੀ ਉਸ ਤੋਂ ਵੀ ਜ਼ਿਆਦਾ ਇਹਨਾਂ ਨੇ ਉਸ ਮੁੱਦੇ ਨੂੰ ਸੰਜੀਦਾ ਤਰੀਕੇ ਨਾਲ ਔਰ ਨਿਰੰਤਰ ਲਗਾਤਾਰ ਮਤਾ ਇਸ ਮੁੱਦੇ ਨੂੰ ਚੱਕਿਆ। ਉਹ ਮੈਂ ਇਸ ਚੀਜ਼ ਦਾ ਗਵਾਹ ਹਾਂ। ਮੈਂ ਤੇ ਭੋਲਾ ਜੀ ਇਸ ਚਿੱਠੀਆਂ ਡਰਾਫਟ ਕਰਨ ਵਾਸਤੇ, ਨਕਸ਼ੇ ਬਣਾਉਣ ਵਾਸਤੇ ਕਈ ਵਾਰੀ 5-5 ਘੰਟੇ ਲਗਾਤਾਰ ਬੈਠ ਕੇ ਕੋਸ਼ਿਸ਼ ਕੀਤੀ। ਚੰਡੀਗੜ੍ਹ ਵੀ ਅਸੀਂ 2-3 ਵਾਰੀ ਤੇ ਮੈਂ ਇਹਨਾਂ ਨਾਲ ਗਿਆ। NHI ਦੇ ਜਿਹੜਾ ਆਫਿਸ ਹੈ ਸੈਕਟਰ 4 ਪੰਚਕੂਲਾ 'ਚ ਅਸੀਂ ਗਏ। ਹੋਰ ਵੀ ਟਾਈਮ ਟੂ ਟਾਈਮ ਭੋਲਾ ਜੀ ਚਾਹੁੰਦੇ ਸੀ ਵੀ ਇਸ ਇਲਾਕੇ ਦਾ ਇਹ ਕੰਮ ਹੋਣਾ ਚਾਹੀਦਾ, ਕਿਉਂਕਿ ਇੱਥੇ ਲੇਬਰ ਤਬਕਾ ਬਹੁਤ ਹੈ, ਹੌਜ਼ਰੀ ਵਿੱਚ ਕੰਮ ਕਰਨ ਜਾਂਦੇ ਆ। ਇੱਥੇ ਸਾਈਕਲਾਂ ਫਸ ਜਾਂਦੀਆਂ, ਸਕੂਟਰ, ਲੋਕਾਂ ਦੇ ਐਕਸੀਡੈਂਟ ਵੀ ਕਿੰਨੇ ਹੋਏ, ਤੇ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਇਸ ਗੱਲ ਦੀ। ਇਹਨਾਂ ਨੇ ਇੱਕ ਮਿਸ਼ਨ ਸਮਝ ਕੇ ਭੋਲਾ ਜੀ ਨੇ ਇਸ ਕੰਮ ਨੂੰ ਅੱਗੇ ਚੜਾਇਆ। ਔਰ ਇਹਨਾਂ ਨੇ ਇਹ ਨਹੀਂ ਦੇਖਿਆ, ਦੇਖੋ ਵੀ ਸਰਕਾਰ ਕਿਹਦੀ ਹੈ, ਚਾਹੇ ਇਹ ਦੂਸਰੀ ਪਾਰਟੀ ਸੀ, ਫਿਰ ਵੀ ਤਿਵਾਰੀ ਸਾਹਿਬ ਨੂੰ ਜਾ ਕੇ ਇਹਨਾਂ ਨੇ ਬੇਨਤੀ ਕੀਤੀ, ਰਿਕਮੈਂਡੇਸ਼ਨ ਕਰਾਈ। ਕਿਹੜੇ ਅਫਸਰ, ਕਿਹੜੇ ਰਾਜਨੇਤਾ ਕੋਲ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇਲਾਕੇ ਦਾ ਕੰਮ ਹੋਣਾ ਚਾਹੀਦਾ। ਇਹਦੇ 'ਚ ਇਹਨਾਂ ਨੇ ਕੋਈ ਮਤਾ ਇਹ ਨਹੀਂ ਵੀ ਮੈਨੂੰ ਕੋਈ ਪੋਲੀਟੀਕਲ ਐਡਵਾਂਟੇਜ ਹੋ ਜਾਏਗਾ, ਬਾਕੀ ਇਲਾਕਾ ਨਿਵਾਸੀਆਂ ਦੀ ਸਮੱਸਿਆ ਨੂੰ ਦਿਲੋਂ ਹੱਲ ਕਰਵਾਉਣਾ ਚਾਹੁੰਦੇ ਸੀ। ਤੇ ਮੈਂ ਇਹਨਾਂ ਨੂੰ ਵਧਾਈ ਦਿੰਦਾ ਵੀ ਚਲੋ ਇੰਨੀ ਦੇਰ ਬਾਅਦ ਵੀ ਕੋਸ਼ਿਸ਼ ਸਿਰੇ ਚੜ੍ਹੀ ਹੈ। ਆਪਾਂ ਦੇਖਦੇ ਹਾਂ ਰੋਜ਼ ਸਮਰਾਲਾ ਚੌਂਕ 'ਤੇ ਅਸੀਂ ਵੀ ਜਾਂਦੇ ਹਾਂ, ਅੱਧਾ ਘੰਟਾ ਜਾਮ ਵਿੱਚ ਫਸੇ ਰਹਿੰਦੇ ਹਾਂ। ਬਸਤੀ ਚੌਂਕ 'ਤੇ ਜਾਂਦੇ ਹਾਂ, ਦੇਖੀਦਾ ਵੀ
ਕਿਲੋਮੀਟਰਾਂ ਦੇ ਹਿਸਾਬ ਨਾਲ ਜਾਮ ਲੱਗ ਜਾਂਦਾ। ਫਿਰ ਅਸੀਂ ਫਲਾਈਓਵਰ ਤੋਂ ਅੱਗੋਂ ਜਾ ਕੇ ਫਿਰ ਘੁੰਮ ਕੇ ਆਉਂਦੇ ਹਾਂ ਵਾਪਸ। ਤੇ ਮਤਲਬ ਇਹ ਜਦੋਂ ਇਹ ਫਲਾਈਓਵਰ ਬਣ ਗਏ ਇਹਦਾ ਬਹੁਤ ਫਾਇਦਾ ਹੋਊਗਾ। ਬਸਤੀ ਚੌਂਕ ਵੀ ਜਾਮ ਤੋਂ ਨਿਜਾਤ ਮਿਲ ਜਾਊਗਾ, ਸਮਰਾਲਾ ਔਰ ਚੌਂਕ ਵੀ ਰਸ਼ ਘਟ ਜਾਊਗਾ ਤੇ ਇਲਾਕਾ ਨਿਵਾਸੀਆਂ ਨੂੰ ਇਹਦਾ ਫਾਇਦਾ ਹੈ, ਇਹਦੀ ਸਾਨੂੰ ਖੁਸ਼ੀ ਹੈ। ਸਰ ਇਹ ਪ੍ਰੋਜੈਕਟ ਕਿੰਨੇ ਸਮੇਂ ਦਾ ਹੈ, ਕਿੰਨਾ ਸਮਾਂ ਲੈ ਕੇ ਇਹ ਪ੍ਰੋਜੈਕਟ ਪੂਰਾ ਹੋਏਗਾ? 1.5 ਸਾਲ ਇਸ ਕਹਿੰਦੇ ਜੀ ਪਰ ਪੂਰਾ। ਸਰ ਦੇਖਿਆ ਜਾਂਦਾ ਹੈ ਕਿ ਪ੍ਰੋਜੈਕਟ ਹੁੰਦੇ ਤਾਂ 1.5 ਸਾਲ ਦੇ ਨੇ, ਪਰ ਉਹ ਕਈ ਸਾਲਾਂ ਤੱਕ ਲਟਕਦੇ ਰਹਿੰਦੇ ਨੇ, ਤੇ ਕੀ ਇਹ ਵੀ ਪ੍ਰੋਜੈਕਟ ਉਹਨਾਂ ਦਾ ਇੱਕ ਹਿੱਸਾ ਬਣ ਜਾਊਗਾ? ਦੇਖੋ ਜੀ, ਇਹ ਸੈਂਟਰ ਦਾ ਪ੍ਰੋਜੈਕਟ ਹੈ ਔਰ NHI ਕੋਲ ਫੰਡਸ ਦੀ ਤੇ ਹੁਣ ਕਮੀ ਨਹੀਂ। ਅਸੀਂ ਦੇਖਦੇ ਹਾਂ ਕਈ ਵਾਰੀ ਫੰਡਸ ਦੀ ਕਮੀ ਹੋ ਜਾਂਦੀ, ਕਾਸਟ ਐਸਕੇਲੇਸ਼ਨ ਹੋ ਜਾਂਦੀ, ਠੇਕੇਦਾਰ ਨੇ ਉਹਨਾਂ ਨੂੰ ਸਮੱਸਿਆ ਆ ਜਾਂਦੀ, ਉਹ ਕਹਿੰਦੇ ਪੈਸੇ ਵਧਾਓ, ਇੰਨੇ ਪੈਸਿਆਂ 'ਚ ਕੰਮ ਨਹੀਂ ਹੋ ਸਕਦੀ, ਤੇ ਕਾਸਟ ਐਸਕੇਲੇਸ਼ਨ ਕਰਕੇ ਹੀ ਜ਼ਿਆਦਾ ਡਿਲੇ ਹੁੰਦੇ ਨੇ। ਪਰ ਅਸੀਂ ਇਹ ਦੁਆ ਕਰਦੇ ਹਾਂ, ਸੋਚਦੇ ਹਾਂ ਵੀ ਇਹ ਪ੍ਰੋਜੈਕਟ ਟਾਈਮ ਨਾਲ ਪੂਰਾ ਹੋਊਗਾ। ਸਰ ਕਿਸ ਦਿਨਾਂ ਕੰਮ ਮੰਨਦੇ ਹੋ ਕਿ ਇੱਕ ਪ੍ਰੋਜੈਕਟ ਨੂੰ ਸ਼ੁਰੂ ਹੋਣ 'ਚ ਹੀ 10 ਸਾਲ ਲੱਗ ਗਏ ਨੇ, ਤਾਂ ਮਤਲਬ ਕਿੰਨੇ ਪ੍ਰੋਜੈਕਟ ਪੈਂਡਿੰਗ ਹੋਣਗੇ ਤੇ ਉਹਨਾਂ ਨੂੰ ਵੀ ਬਹੁਤ ਸਮਾਂ ਨਾਲ ਲੱਗ ਹੀ ਹੋ ਜਾਊਗਾ? ਗਿਆ, ਕਿਉਂਕਿ ਇਹ 5ਵੇਂ ਮਹੀਨੇ 'ਚ ਤਾਂ ਟੀਮ ਨੇ ਆ ਕੇ ਇੱਥੇ ਸਰਵੇ ਕੀਤਾ, ਫਿਰ ਉਹਦਾ ਐਸਟੀਮੇਟ ਲੱਗਾ, ਟੈਂਡਰ ਲੱਗਿਆ। ਮਤਲਬ ਹੁਣ ਜਿਹੜੇ ਜਦੋਂ ਭਾਰਤ ਭੂਸ਼ਣ ਆਸ਼ੂ ਜੀ ਸਾਡੇ ਕੈਬਨਿਟ ਮੰਤਰੀ, ਉਹਨਾਂ ਜਾ ਕੇ ਚੇਅਰਮੈਨ ਸਾਹਿਬ ਨਾਲ, ਸੰਧੂ ਸਾਹਿਬ ਨਾਲ ਗੱਲ ਕੀਤੀ, ਉਸ ਤੋਂ ਬਾਅਦ ਇਹ ਇੰਪਲੀਮੈਂਟੇਸ਼ਨ ਪ੍ਰੋਸੈਸ ਵਿੱਚ ਹੀ ਹੈ। ਮਤਲਬ ਜਦੋਂ ਚੇਅਰਮੈਨ ਸਾਹਿਬ ਵੀ ਜਾਂ ਉਹਨਾਂ ਦੀ ਟੀਮ ਵੀ ਪਾਸ ਕਰਦੀ, ਉਹ ਫਿਰ ਅੱਗੇ ਸੈਂਟਰ ਕੈਬਨਿਟ ਮਿਨਿਸਟਰ ਕੋਲ ਜਾਂਦਾ, ਗਡਕਰੀ ਸਾਹਿਬ ਕੋਲ, ਫਿਰ ਪਾਸ ਹੋ ਕੇ ਆਉਂਦਾ। ਤੇ ਇਹ ਸਾਰਾ ਟਾਈਮ ਲੱਗਦਾ ਹੀ। ਸਰਕਾਰੀ ਕੰਮ ਤੁਹਾਨੂੰ ਹੀ ਪਤਾ ਕਿਵੇਂ ਹੁੰਦੇ ਨੇ, ਮਤਲਬ ਇੱਕ ਬੰਦੇ ਦੇ ਹੱਥ 'ਚ ਪਾਵਰ ਨਹੀਂ ਹੁੰਦੀ, ਇਟ ਹੈਜ਼ ਟੂ ਗੋ ਫਰੋਮ ਸੋ ਮੈਨੀ ਹੈਂਡਸ, ਸੋ ਇਟ ਟੇਕਸ ਟਾਈਮ। ਤਾਂ ਤੁਸੀਂ ਦੇਖਿਆ ਪ੍ਰੈਸ ਕਾਨਫਰੰਸ ਦੀਆਂ ਕੁਝ ਤਸਵੀਰਾਂ, ਜਿਨ੍ਹਾਂ ਵਿੱਚ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ 10 ਸਾਲ ਲੱਗ ਗਏ ਇੱਕ ਫਲਾਈਓਵਰ ਦੀ ਮਨਜ਼ੂਰੀ ਲੈਣ ਲਈ ਤੇ ਉਸ ਨੂੰ ਸਟਾਰਟ ਕਰਨ ਲਈ, ਅਤੇ ਗੱਲ ਕਰਨ ਤੇ ਪਤਾ ਲੱਗਾ ਕਿ ਇਹ ਪ੍ਰੋਜੈਕਟ 1.5 ਸਾਲ ਦਾ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ 1.5 ਸਾਲ 'ਚ ਪੂਰਾ ਹੋ ਜਾਏ ਤੇ ਉਸ ਤੋਂ ਬਾਅਦ ਇਸ ਦੀ ਮੇਨਟੇਨੈਂਸ ਅਤੇ ਇਸ ਦੇ ਰੱਖ ਰਖਾਵ ਦਾ ਵੀ ਧਿਆਨ ਦਿੱਤਾ ਜਾਵੇ। ਇਸੇ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਮੈਂ ਏਕਤਾ ਸਿੰਗਲਾ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਧੰਨਵਾਦ।